ਆਤਮਿਕ ਸਵਰੂਪ ਜਾਗਦੀ ਜੋਤ ਪ੍ਰਤੱਖ ਸਤਿਗੁਰੂ ਹਾਜ਼ਰਾ ਹਜੂਰ ਜ਼ਾਹਿਰਾ ਜ਼ਹੂਰ ਸਰਬ ਕਲਾ ਭਰਪੂਰ ਹਲਤ ਪਲਤ ਦੇ ਰਾਖੇ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬੜੇ ਅਦਬ ਪਿਆਰ ਸਤਿਕਾਰ ਸਰਧਾ ਸਹਿਤ ਹਾਜ਼ਰੀ ਭਰਦੇ ਹੋਏ ਗੁਰੂ ਜਸ ਵਿੱਚ ਜੁੜਦੇ ਹੋਏ ਅੰਮ੍ਰਿਤ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰ ਰਿਹਾ ਸੀ। ਸਰਬੱਤ ਮਾਈ ਭਾਈ ਗੁਰੂ ਖਾਲਸਾ ਜੀ ਹਾਜ਼ਰੀ ਪ੍ਰਵਾਨ ਕਰੋ। ਪਿਆਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਮਰੀਕਾ ਦੀ ਧਰਤੀ ਤੇ ਜਿੱਥੇ ਜਿੱਥੇ ਵੀ ਗੁਰੂ ਕੇ ਪਿਆਰੇ ਦੇਸ਼ਾਂ ਦੇਸ਼ਾਂਤਰਾਂ ਵਿੱਚ ਆਪਣੀ ਦਸਾਂ ਨਵਾਂ ਦੀ ਕਿਰਤ ਕਮਾਈ ਕਰਨ ਵਾਸਤੇ ਆਪਣੀ ਕਿਰਤ ਕਰ ਰਹੇ ਹੋ, ਉੱਥੇ ਨਾਲ ਨਾਲ ਆਪਣੇ ਜੀਵਨ ਦੇ ਭਲੇ ਵਾਸਤੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲਾ ਕਰਨ ਵਾਸਤੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ ਸਾਹਿਬ ਜੀ ਨੇ ਆਗਿਆ ਕੀਤੀ ਹੈ ਕਿ ਜਿੱਥੇ ਵੀ ਗੁਰੂ ਕਾ ਸਿੱਖ ਹੈ ਉੱਥੇ ਧਰਮਸ਼ਾਲਾ ਬਣਾਓ, ਗੁਰਦੁਆਰਾ ਸਾਹਿਬ ਬਣਾਓ, ਦੋਵੇਂ ਟਾਈਮ ਸੰਗਤ ਕਰਿਆ ਕਰੋ, ਗੁਰੂ ਜਸ ਕਥਾ ਕੀਰਤਨ ਕਰਨਾ ਸੁਣਨਾ। ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਮਰਜ਼ਾਦਾ ਨੂੰ ਸੰਗਤਾਂ ਬੜੇ ਅਦਬ ਸਹਿਤ ਸੁੰਦਰ ਗੁਰਦੁਆਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ਮਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਸੰਗਤਾਂ ਇਕੱਤਰ ਹੋ ਕੇ ਨਾਮ ਬਾਣੀ ਸੇਵਾ ਸਿਮਰਨ ਵਿੱਚ ਜੁੜਦੇ ਹੋ। ਆਪ ਸਾਰੀਆਂ ਸੰਗਤਾਂ ਵਧਾਈ ਦੇ ਪਾਤਰ ਹੋ। ਜਦੋਂ ਇਹ ਸੋਝੀ ਮਹਾਰਾਜ ਦੇ ਦਿੰਦਾ ਹੈ, ਸਮੱਤ ਬਖਸ਼ ਦਿੰਦਾ ਹੈ ਮਹਾਰਾਜ, ਤੇ ਫਿਰ ਗੁਰੂ ਘਰ ਆਉਣ ਦਾ ਇਹ ਸੁਭਾਗ ਪ੍ਰਾਪਤ ਹੁੰਦਾ ਹੈ। ਗੁਰੂ ਦੁਆਰੇ ਹੋਏ ਸੋਝੀ ਪਾਈ ਸੀ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬੇ ਤਾਰੇ ਚਾਰ ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭ ਦੇਸ਼ਾਂ ਦੇਸ਼ਾਂਤਰਾਂ ਵਿੱਚ ਸਭ ਖੰਡਾਂ ਬ੍ਰਹਿਮੰਡਾਂ ਵਿੱਚ ਸਤਿਗੁਰੂ ਜੀ ਨੇ ਚਰਨ ਪਾਏ ਔਰ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਖੀ ਧਰਮ ਦਾ ਸਤਿਗੁਰੂ ਜੀ ਨੇ ਮਿਹਰ ਕੀਤੀ, ਕਿਰਪਾ ਕੀਤੀ। ਤਿੰਨ ਇਹ ਕਲਮੋ ਧਰਮ ਚਲਾਇਓ। ਇਹ ਕਲਯੁਗ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਸਿੱਖੀ ਧਰਮ ਚਲਾਉਣਾ ਕੀਤਾ। ਤਿੰਨ ਕਲਮ ਧਰਮ ਚਲਾਇਓ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ ਦਸਮ ਬਾਣੀ ਵਿੱਚ। ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਸਿੱਖੀ ਧਰਮ ਚਲਾਉਣਾ ਕੀਤਾ ਹੈ। ਤਿੰਨ ਕਲਮ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ। ਸਭ ਸਾਧਕ ਪੁਰਸ਼ਾਂ ਨੂੰ ਉਹ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਰਸਤਾ ਦਿੱਤਾ ਹੈ। ਸੋ ਜੋ ਤਾਂ ਕਿ ਮਾਰਗ ਮੈਂ ਆਏ, ਜਿਹੜੇ ਮਹਾਰਾਜ ਸਾਹਿਬ ਜੀ ਦੇ ਚਲਾਏ ਹੋਏ ਇਸ ਪੰਥ ਦੇ ਰਸਤੇ ਵਿੱਚ ਇਸ ਮਾਰਗ 'ਤੇ ਚੱਲਦੇ ਹਨ। ਸੋ ਤਿੰਨੇ ਕਲਮ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ, ਜੋ ਤਾਂ ਕਿ ਮਾਰਗ ਮੈਂ ਆਏ ਤੇ ਕਬਹੂ ਨਹੀਂ ਪਾਪ ਸੰਤਾਏ। ਉਹਨਾਂ ਨੂੰ ਪਾਪ ਨਹੀਂ ਸੰਤਾਉਂਦੇ ਕਿਉਂਕਿ ਉਹ ਪਾਪ ਕਰਮ ਕਰਦੇ ਹੀ ਨਹੀਂ। ਜਦੋਂ ਗੁਰੂ ਸਾਹਿਬ ਦੀ ਦੱਸੀ ਹੋਈ ਮਰਜ਼ਾਦਾ 'ਤੇ ਚੱਲਦੇ ਨੇ ਤੇ ਫਿਰ ਉਹ ਬੱਜਰ ਕਰਤਾ ਨਹੀਂ ਕਰਦੇ, ਰਹਿਤਵਾਨ ਹੋ ਕੇ ਰਹਿੰਦੇ ਆ। ਇਸ ਕਰਕੇ ਉਹਨਾਂ ਕੋਲ ਪਾਪ ਕਰਮ ਹੁੰਦਾ ਹੀ ਨਹੀਂ। ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਪਾਪ ਤਾਪ ਤਿਨਕੇ ਪ੍ਰਭ ਹਰੇ ਉਹ ਦੂਰ ਕਰ ਦਿੰਦੇ ਆ। ਜਿਹੜੇ ਕੋਈ ਸੰਚਿਤ ਕਰਮ ਆਦਿ ਕਹਣਗੇ, ਪਾਪ ਤਾਪ ਤਿਨਕੇ ਪ੍ਰਭ ਹਰੇ। ਇਸੇ ਤਰ੍ਹਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਆ। ਦੁੱਖ ਭੂਖ ਕਬਹੂ ਨਾ ਸੰਤਾਏ, ਜਾਲ ਕਾਲ ਕੇ ਬੀਚ ਨਾ ਆਏ। ਫਿਰ ਉਹਨਾਂ ਨੂੰ ਅੰਤ ਨੂੰ ਜਮਾਂ ਦੇ ਵਸ ਨਹੀਂ ਪੈਣਾ ਪੈਂਦਾ, ਉਹ ਆਵਾਗਾਉਣ ਤੋਂ ਰਹਿਤ ਹੋ ਜਾਂਦੇ ਨੇ। ਐਸਾ ਇਹ ਸਿੱਖੀ ਧਰਮ, ਇਹ ਪੰਥ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਮਾਰਗ, ਇਹ ਰਸਤਾ ਆਪਣੇ ਗੁਰਸਿੱਖਾਂ ਨੂੰ ਬਖਸ਼ਿਆ ਹੈ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਨੇ ਇਹ ਸੌਖਾ ਤਰੀਕਾ ਦੱਸਿਆ। ਕੋਈ ਇਹਦੇ ਵਿੱਚ ਹੱਠ ਯੋਗ ਨਹੀਂ ਹੈ, ਇਹ ਸਹਿਜ ਯੋਗ ਹੈ। ਕਿਉਂਕਿ
ਹੱਠ ਯੋਗ ਹੁੰਦਾ ਕਿ ਘਰਾਂ ਨੂੰ ਛੱਡ ਕੇ ਜੰਗਲਾਂ ਨੂੰ ਤੁਰੇ ਫਿਰਨਾ, ਭੁੱਖੇ ਧਿਆਈ ਰਹਿਣਾ, ਕਈ ਤਰ੍ਹਾਂ ਦੇ ਉਹ ਹੱਠ ਯੋਗ। ਪਰ ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਖਾਲਸੇ ਨੂੰ, ਮਹਾਰਾਜ ਨੇ ਸਹਿਜ ਯੋਗ ਬਖਸ਼ਿਆ ਹੈ, ਰਾਜ ਯੋਗ ਬਖਸ਼ਿਆ ਆਪਣੇ ਖਾਲਸੇ ਨੂੰ। ਵੱਡੇ ਵੱਡੇ ਕਾਰੋਬਾਰ ਵੀ ਗੁਰੂ ਕੇ ਸਿੱਖਾਂ ਦੇ ਹੋਣ ਅਤੇ ਉਹ ਗੁਰਮੁਖ ਮਾਇਆ ਵਿੱਚ ਉਦਾਸੀ, ਉਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਿ ਮਾਇਆ ਵਿੱਚ ਰਹਿੰਦੇ ਹੋਏ ਵੀ ਉਹ ਨਿਰਲੇਪਤਾ ਹੋ ਕੇ ਆਪ ਕੇ ਖਚਿਤ ਨਹੀਂ ਹੁੰਦੇ। ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਆ। ਜਦੋਂ ਗੁਰੂ ਸਾਹਿਬ ਜੀ ਨੂੰ ਤਨ ਮਨ ਧਨ ਸਭ ਸੌਂਪ ਦਿੰਦਾ ਗੁਰੂ ਕਾ ਸਿੱਖ, ਤੇ ਉਹਨੂੰ ਆਪਣਾ ਨਹੀਂ ਸਮਝਦਾ, ਇਹ ਦਾਤ ਦਾਤੇ ਦੀ ਹੈ। ਇਸ ਕਰਕੇ ਉਹ ਨਿਰਲੇਪ ਹੋ ਕੇ ਰਹਿੰਦਾ ਹੈ ਕਿ ਮਹਾਰਾਜ ਦਾ ਦਿੱਤਾ ਵਰਤ ਰਹੇ ਹਾਂ। ਸੋ ਸਤਿਗੁਰੂ ਕਿਰਪਾ ਕਰਨ। ਇਹਦੇ ਨਾਲ ਨਾਲ ਸਾਨੂੰ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਨਾਮ ਜਪਣਾ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਉੱਥੇ ਸਤਿਗੁਰੂ ਜੀ ਨੇ ਆਪ ਵੀ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਖੇਤੀ ਕਰਦਿਆਂ ਮਹਾਰਾਜ ਸਾਹਿਬ ਜੀ ਨੇ ਤੇ ਉਹ ਸੱਚ ਦਾ ਢੰਡੋਰਾ, ਉਹ ਸੱਚ ਦਾ ਢੋਆ ਆਸਰਾ ਸਭ ਦੇ ਤਾਈਂ ਦਿੱਤਾ। ਸੱਚ ਕੀ ਨਾਮ ਹੈ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਇਹ ਮੂਲ ਮੰਤਰ ਗੁਰਮੰਤਰ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜੀ ਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ 4 ਦਿਨ ਬਾਅਦ ਮਹਾਰਾਜ ਸਾਹਿਬ ਜੀ ਸੰਤ ਘਾਟ ਵਾਲੇ ਅਸਥਾਨ 'ਤੇ ਸਾਹਿਬ ਜੀ ਪ੍ਰਗਟ ਹੁੰਦੇ ਨੇ, ਕਿਉਂਕਿ ਕਈਆਂ ਨੂੰ ਭੁਲੇਖਾ ਪੈ ਗਿਆ, ਪਰ ਬੇਬੇ ਨਾਨਕੀ ਜੀ ਦੇ ਮਨ ਵਿੱਚ ਇਹ ਵਿਸ਼ਵਾਸ ਸੀ ਕਿ ਉਹ ਤਾਂ ਡੁੱਬਿਆਂ ਦੇ ਬੇੜੇ ਤਾਰਨ ਵਾਲੇ ਹੈ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਮੂਲ ਮੰਤਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਨਕ ਹੋਸੀ ਵੀ ਸੱਚ ਤੱਕ ਇਹ ਮੂਲ ਮੰਤਰ ਸੰਪੂਰਨ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਆਪਣੇ ਗੁਰਸਿੱਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਇਹ ਮੂਲ ਮੰਤਰ ਗੁਰਮੰਤਰ ਦੀ ਬਖਸ਼ਿਸ਼ ਕੀਤੀ। ਅੱਜ ਵੀ ਸੰਤ ਘਾਟ ਵਾਲਾ ਅਸਥਾਨ ਸਾਹਿਬ ਜੀ ਦਾ। ਸੋ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਦੀ ਕਿਰਤ ਨੂੰ ਮਹਾਰਾਜ ਨੇ ਪ੍ਰਵਾਨ ਕੀਤਾ ਹੈ। ਜੇ ਮਹਾਰਾਜ ਸਾਹਿਬ ਜੀ ਜਗਤ ਜਲੰਧਰ ਨੂੰ ਤਾਰਨ ਵਾਸਤੇ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਸਾਹਿਬ ਤੋਂ ਰਵਾਨਗੀ ਕਰਦੇ ਹੈ, ਤਾਂ ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਭਾਈ ਲਾਲੋ ਦੇ ਗ੍ਰਹਿ ਵਿਖੇ ਜਾਂਦੇ ਹੈ। ਭਾਈ ਲਾਲੋ ਗੁਰੂ ਕਾ ਸਿੱਖ, ਮਹਾਰਾਜ ਦੇ ਚਰਨਾਂ ਦੇ ਨਾਲ ਪ੍ਰੀਤੀ ਰੱਖਣ ਵਾਲਾ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੜੀ ਅਦਬ ਨਾਲ ਸੇਵਾ ਕਰਦਾ ਹੈ। ਉਧਰ ਮਲਕ ਭਾਗੋ ਜਿਹੜਾ ਸੀ ਉਹਨੇ ਬ੍ਰਹਮ ਭੋਜ ਰੱਖਿਆ ਸੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹਨੇ ਬੁਲਾਉਣ ਵਾਸਤੇ ਅਹਿਲਕਾਰ ਭੇਜੇ, ਉਹਨਾਂ ਨੂੰ ਮੇਰੇ ਜੱਗ ਵਿੱਚ ਲਿਆਓ, ਲੇਕਿਨ ਮਹਾਰਾਜ ਨਹੀਂ ਗਏ। ਤਾਂ ਜਦੋਂ ਉਹਨੇ ਫਿਰ ਸੁਨੇਹਾ ਘੱਲਿਆ ਸਤਿਗੁਰੂ ਜੀ ਮਹਾਰਾਜ ਸਾਹਿਬ ਸਮੱਤ ਬਖਸ਼ਣ ਵਾਸਤੇ ਗਰੀਬ ਨਿਵਾਜ ਮਹਾਰਾਜ ਸਾਹਿਬ ਜੀ, ਤਾਂ ਉਸ ਵੇਲੇ ਮਲਕ ਭਾਗੋ ਨੇ ਕਿਹਾ ਕਿ ਤੁਸੀਂ ਮੇਰਾ ਇਹ ਜਿਹੜਾ ਬ੍ਰਹਮ ਭੋਜ ਹੈ ਇਹਨੂੰ ਕਿਉਂ ਨਹੀਂ ਤੁਸੀਂ ਪ੍ਰਵਾਨ ਕਰਦੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਇਹ ਗਰੀਬਾਂ ਦਾ ਲਹੂ ਨਿਚੋੜਿਆ ਹੈ ਤੂੰ, ਇਸ ਕਰਕੇ ਇਹ ਜਿਹੜਾ ਤੇਰਾ ਬ੍ਰਹਮ ਭੋਜ ਹੈ ਇਹ ਬ੍ਰਹਮ ਭੋਜ ਨਹੀਂ ਹੈ, ਇਹ ਤਾਂ ਗਰੀਬਾਂ ਦਾ ਮਜ਼ਲੂਮਾਂ ਦਾ ਲਹੂ ਨਿਚੋੜਿਆ ਹੋਇਆ ਹੈ। ਉਸ ਵੇਲੇ ਕਹਿਣ ਲੱਗਾ ਫਿਰ ਮੈਨੂੰ ਕੀ ਪਤਾ ਲੱਗੇ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਲਾਲੋ ਨੂੰ ਕਹਿਣ ਲੱਗੇ, ਭਾਈ ਲਾਲੋ ਜਾ ਘਰ ਵਿੱਚ ਤੂੰ ਵੀ ਕੋਈ ਪ੍ਰਸ਼ਾਦਾ ਹੈ ਤੇਰੀ ਕਿਰਤ ਦਾ ਉਹ ਵੀ ਲੈ ਕੇ ਆ। ਭਾਈ ਲਾਲੋ ਵੀ ਪ੍ਰਸ਼ਾਦਾ ਲੈ ਕੇ ਆਇਆ। ਜਿਹੜੇ ਮਲਕ ਭਾਗੋ ਵੱਲੋਂ ਜਿਹੜੇ ਪੂੜੇ ਆਦਿਕ ਬਣਾਏ ਹੋਏ ਸੀ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੇਵਕ ਦੀ ਕਿਰਤ ਦਾ ਪ੍ਰਸ਼ਾਦਾ ਸੱਜੇ ਹੱਥ ਵਿੱਚ ਪਕੜ ਲਿਆ, ਤੇ ਮਲਕ ਭਾਗੋ ਦਾ ਜਿਹੜਾ ਸੀ ਉਹ ਵੀ ਮਹਾਰਾਜ ਨੇ ਹੱਥ ਵਿੱਚ ਖੱਬੇ ਹੱਥ ਵਿੱਚ ਪਕੜਿਆ। ਮਹਾਰਾਜ ਨੇ ਜਦੋਂ ਜ਼ੋਰ ਦੀ ਘੁੱਟਿਆ ਤੇ ਜਿਹੜਾ ਮਲਕ ਭਾਗੋ ਦਾ ਬ੍ਰਹਮ ਭੋਜ ਦਾ ਸੀ ਉਹਦੇ ਵਿੱਚੋਂ ਲਹੂ ਦੀ ਧਾਰ ਵਹਿਣ ਲੱਗੀ।
ਤੇ ਮਹਾਰਾਜ ਦੇ ਸਿੱਖ ਦੀ ਜਿਹੜੀ ਕਿਰਤ ਸੀ ਉਹਦੇ ਵਿੱਚੋਂ ਦੁੱਧ ਦੀ ਧਾਰ ਵਹਿਣ ਲੱਗੀ। ਇਹ ਵੇਖ ਕੇ ਬੜਾ ਅਚਰਜ ਹੋਇਆ। ਗਰੀਬ ਨਵਾਜ ਮਹਾਰਾਜ ਦੇ ਚਰਨੀ ਪਿਆ, ਮਹਾਰਾਜ ਬਖਸ਼ ਲਓ, ਮੇਰੀ ਗਲਤੀ ਹੈ, ਭੁੱਲ ਹੈ, ਆਪ ਸਿੱਧੇ ਰਾਹ ਪਾਓ। ਮਹਾਰਾਜ ਕਹਿਣ ਲੱਗੇ ਜਿਹੜਾ ਗਰੀਬਾਂ ਦਾ ਤੂੰ ਇਕੱਠਾ ਕੀਤਾ ਇਹ ਵੰਡ ਦੇ ਗਰੀਬਾਂ ਨੂੰ। ਤੋ ਗਰੀਬ ਨਵਾਜ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸੇਵਕ ਦੀ ਕਿਰਤ ਨੂੰ ਪ੍ਰਵਾਨ ਕਰਦੇ ਆ। ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਵਾਲੀਅਰ ਗਰੀਬ ਨਵਾਜ ਮਹਾਰਾਜ ਸਾਹਿਬ ਜੀ, ਕਿਉਂਕਿ ਉਹ ਬਚਨ ਪੂਰੇ ਕਰਨੇ ਸੀ ਮਹਾਰਾਜ ਨੇ ਜਦੋਂ ਚੰਦੂ ਨੂੰ ਨਕੇਲ ਆਦਿਕ, ਤੇ ਉਹ ਜਿਹੜਾ ਉਸ ਵੇਲੇ ਬਾਦਸ਼ਾਹ ਦਾ ਜਿਹੜਾ ਭਰਮ ਸੀ ਉਹ ਦੂਰ ਕਰਨਾ ਸੀ। ਮਹਾਰਾਜ ਸਾਹਿਬ ਜੀ ਨੇ ਕੈਦੀਆਂ ਨੂੰ ਰਿਹਾ ਕਰਵਾਉਣਾ ਸੀ। ਜਦੋਂ ਗਵਾਲੀਅਰ ਕਿਲ੍ਹੇ ਵਿੱਚ ਸਤਿਗੁਰੂ ਜੀ ਤਾਂ ਉਸ ਸਮੇਂ ਭਾਈ ਜੇਠਾ ਜੀ ਤੇ ਬਾਬਾ ਬਿਧੀ ਚੰਦ ਜੀ ਇਹ ਮਹਾਰਾਜ ਸਾਹਿਬ ਜੀ ਦੇ ਨਾਲ ਉਸ ਵੇਲੇ ਥੱਲੇ ਠਠਿਆਰਾਂ ਦੇ ਬਾਜ਼ਾਰ ਵਿੱਚ ਜਾਂਦੇ ਆ ਤੇ ਉੱਥੇ ਦਿਹਾੜੀ ਕਰਦੇ ਨੇ ਤੇ ਭਾਂਡੇ ਕੁੱਟਦੇ ਨੇ। ਜਿਹੜਾ ਕੋਈ ਆਨਾ ਦੀਵਾਨੇ ਮਿਲਦੇ ਨੇ ਉਹਦਾ ਸਿੱਧਾ ਪ੍ਰਸ਼ਾਦਾ ਮਹਾਰਾਜ ਨੂੰ ਤਿਆਰ ਕਰਕੇ ਛਕਾਉਂਦੇ ਆ। ਮਹਾਰਾਜ ਆਪਣੇ ਸਿੱਖ ਦੀ ਕਿਰਤ ਨੂੰ ਪ੍ਰਵਾਨ ਕਰਦੇ ਆ। ਬਾਦਸ਼ਾਹ ਵੱਲੋਂ ਜਿਹੜਾ ਕੋਈ ਆਉਂਦਾ ਸੀ ਰਾਸ਼ਨ ਪਾਣੀ ਉਹ ਮਹਾਰਾਜ ਨੇ ਨਹੀਂ ਅੰਗੀਕਾਰ ਕੀਤਾ। ਉਹ ਜਿਹੜੇ ਕੈਦੀ ਸਨ ਉਹਨਾਂ ਨੂੰ ਮਹਾਰਾਜ ਛਕਾ ਦਿੰਦੇ ਔਰ ਉਹਨਾਂ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੰਦ ਖਲਾਸੀ ਦਵਾਈ। ਇਹ ਸਮਰੱਥ ਗੁਰੂ ਦੀ ਕਲਾ ਹੈ। ਤੋ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ ਉਸ ਸਮੇਂ ਸਤਿਗੁਰੂ ਜੀ ਨੇ ਉਹ ਜਿਹੜੇ ਬਚਨ ਕਹੇ ਸਨ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਚੰਦੂ ਨੂੰ ਨਕੇਲ ਆਦਿਕ ਪਾਉਣ ਦੇ ਸਾਰੇ ਪੂਰੇ ਮਹਾਰਾਜ ਨੇ ਕਰ ਦਿੱਤੇ। ਇਸੇ ਤਰ੍ਹਾਂ ਫਿਰ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਇਹ ਆਗਿਆ ਕੀਤੀ ਕਿ ਜਿਹੜਾ ਕੋਈ ਚੰਗਾ ਘੋੜਾ, ਚੰਗਾ ਸ਼ਸਤਰ, ਚੰਗਾ ਜਵਾਨ ਪੁੱਤ ਪਾਲ ਕੇ ਗੁਰੂ ਘਰ ਵਿੱਚ ਹਾਜ਼ਰ ਕਰੇਗਾ ਉਹਦੇ 'ਤੇ ਬਹੁਤੀਆਂ ਖੁਸ਼ੀਆਂ ਹੋਣਗੀਆਂ ਮਹਾਰਾਜ ਦੀਆਂ, ਗੁਰੂ ਨਾਨਕ ਸਾਹਿਬ ਜੀ ਦੀਆਂ। ਤਾਂ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੀ ਆਗਿਆ ਦੇ ਨਾਲ ਗੁਰੂ ਦੀਆਂ ਸੰਗਤਾਂ ਔਰ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਕਮਰ ਕੱਸੇ ਧਾਰਨ ਕੀਤੀਆਂ ਔਰ ਆਪਣੇ ਗੁਰਸਿੱਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਸ਼ਸਤਰ ਧਾਰਨ ਕਰਵਾਏ। ਔਰ ਉਸ ਸਮੇਂ ਦਾ ਜਿਹੜਾ ਇਤਿਹਾਸ ਹੈ ਉਹਦੇ ਨਾਲ ਨਾਲ ਜਦੋਂ ਮਹਾਰਾਜ ਨੇ ਇਹ ਵਚਨ ਕੀਤਾ ਸ਼ਸਤਰ ਧਾਰਨ ਕਰਨ ਵਾਸਤੇ, ਤਾਂ ਅੱਜ ਵੀ ਅਕਾਲ ਤਖਤ ਸਾਹਿਬ 'ਤੇ ਜਿੱਥੇ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੇ ਦਰਸ਼ਨ ਔਰ ਸ਼ਹੀਦਾਂ ਸਿੰਘਾਂ ਦੇ ਸ਼ਸਤਰਾਂ ਦੇ ਦਰਸ਼ਨ, ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਸ਼ਸਤਰਾਂ ਦੇ ਦਰਸ਼ਨ ਹੁੰਦੇ ਆ, ਉੱਥੇ ਗੁਰੂ ਕੇ ਸਿੱਖਾਂ ਦੇ ਸ਼ਸਤਰਾਂ ਦੇ ਦਰਸ਼ਨ ਵੀ ਹੁੰਦੇ ਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਕਮਰ ਕੱਸੇ ਦਾ ਸ੍ਰੀ ਸਾਹਿਬ ਦਾ ਵੀ ਦਰਸ਼ਨ ਹੁੰਦਾ ਹੈ ਕਿ ਜੋ ਗੁਰੂ ਸਾਹਿਬ ਜੀ ਨੇ ਬਚਨ ਕਿਹਾ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਗਾਤਰੇ ਸ੍ਰੀ ਸਾਹਿਬ ਰੱਖੀ। ਉਹ ਅੱਜ ਵੀ ਉਹਦਾ ਦਰਸ਼ਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੁੰਦਾ ਹੈ। ਇਸ ਕਰਕੇ ਜੋ ਗੁਰੂ ਸਾਹਿਬ ਜੀ ਦਾ ਬਚਨ ਹੋ ਜਾਂਦਾ ਹੈ ਉਹ ਸਾਰਿਆਂ ਦੇ ਵਾਸਤੇ ਹੁੰਦਾ ਹੈ। ਤਾਂ ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਆਪਣੇ ਗੁਰਸਿੱਖਾਂ ਨੂੰ ਰਹਿਤ ਮਹਾਰਾਜ ਨੇ ਜੋ ਮਰਜ਼ਾਦਾ ਬਖਸ਼ੀ ਹੈ ਔਰ 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ, ਜੋ ਕਿ ਹੁਣੇ ਹੁਣੇ ਖਾਲਸੇ ਪੰਥ ਜੀ ਦਾ ਸਾਜਨਾ ਦਿਵਸ ਸਰਬੱਤ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਕੇ ਖਾਲਸੇ ਗੁਰੂ ਦੀਆਂ ਸੰਗਤਾਂ ਬੜੇ ਅਦਬ ਸਤਿਕਾਰ ਸਹਿਤ ਮਨਾਇਆ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਿਹੜੇ ਰਹਿਤਨਾਮੇ ਦੇ ਵੀ ਬਚਨ ਹਨ, ਰਾਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੇ, ਸਿੱਖ ਪਿਆਰਾ ਨਾਹੇ ਮਮ, ਰਹਿਤ ਪਿਆਰੀ ਆਹੇ। ਇਸ ਕਰਕੇ ਰਹਿਤਮਾਨ ਹੀ ਜਿਹੜਾ ਉਹ ਗੁਰੂ ਸਾਹਿਬ ਜੀ ਨੂੰ ਪਿਆਰਾ ਹੈ, ਉਹ ਚੰਗਾ ਲੱਗਦਾ ਹੈ। ਜਿਹੜਾ ਕੋਈ ਅਦਬ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਵਿੱਚ ਚੱਲਦਾ ਹੈ, ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਨੇ ਜਿਸ ਵੇਲੇ ਇਹ ਖਾਲਸੇ ਦੀ ਸਾਜਨਾ ਕੀਤੀ ਹੈ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਪੰਜਾਂ ਦੇ ਸੀਸ ਲੈ, ਫਿਰ ਉਹਨਾਂ ਨੂੰ ਤਿਆਰ ਪ੍ਰਤਿਆਰ ਕੀਤਾ, ਫਿਰ ਅੰਮ੍ਰਿਤ ਛਕਾਇਆ, ਫਿਰ ਆਪ ਉਹਨਾਂ ਦੇ ਪਾਸੋਂ ਅੰਮ੍ਰਿਤ ਛਕਿਆ ਕਿ ਕਿਸੇ ਨੂੰ ਇਹ ਭੁਲੇਖਾ ਨਾ ਰਹਿ ਜਾਵੇ ਕਿ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ। ਸੋ ਸਤਿਗੁਰੂ ਜੀ ਨੇ ਆਪ ਅੰਮ੍ਰਿਤ ਪਾਨ ਕੀਤਾ। ਇਸ ਕਰਕੇ ਇਹ ਮਰਜ਼ਾਦਾ ਜੋ ਸਤਿਗੁਰੂ ਨੇ ਬਖਸ਼ੀ ਆਪਣੇ ਖਾਲਸੇ ਨੂੰ,
ਉਹ ਮਰਜ਼ਾਦਾ ਨੂੰ ਪਹਿਲਾਂ ਸਤਿਗੁਰਾਂ ਨੇ ਆਪ ਅਪਣਾਇਆ ਹੈ। ਸੋ ਸਤਿਗੁਰੂ ਕਿਰਪਾ ਕਰਨ, ਜਿਹੜੇ ਵੀ ਅੱਜ ਕੋਈ ਗੁਰੂ ਕੇ ਪਿਆਰੇ ਗੁਰਸਿੱਖ ਮਾਈ ਭਾਈ, ਕਿਉਂਕਿ ਕਿਸੇ ਨੂੰ ਇਹ ਨਹੀਂ ਭੁਲੇਖਾ, ਇਹ ਨਹੀਂ ਕਿਸੇ ਨੂੰ ਕੋਈ ਕਿ ਸਾਨੂੰ ਪਤਾ ਨਹੀਂ, ਸਭ ਨੂੰ ਪਤਾ ਹੈ ਕਿ ਸਾਡਾ ਧਰਮ ਕੀ ਹੈ, ਸਾਡਾ ਕਰਮ ਕੀ ਹੈ, ਅਤੇ ਉਹ ਸਾਡੇ ਗੁਰੂ ਸਾਹਿਬ ਜੀ ਦਾ ਸਾਡੇ ਵਾਸਤੇ ਬਚਨ ਕੀ ਹੈ, ਹੁਕਮ ਕੀ ਹੈ। ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਸਤਿਗੁਰਾਂ ਨੇ ਜੋੜਿਆ, ਇਹ ਕਿਸੇ ਭੁਲੇਖੇ ਵਿੱਚ ਨਹੀਂ ਰਹਿਣ ਦਿੱਤਾ ਕਿਸੇ ਨੂੰ। ਸੋ ਗੁਰੂ ਕੀ ਸਿੱਖੀ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਕਰਨ ਵਾਸਤੇ ਪੰਜਾਂ ਪਿਆਰਿਆਂ ਦੇ ਹਾਜ਼ਰ ਹੋਣਾ ਪੈਂਦਾ ਹੈ। ਅੰਮ੍ਰਿਤ ਛਕੀਏ ਅਤੇ ਫਿਰ ਗੁਰੂ ਕੀ ਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਕਰਕੇ ਜਿਨ੍ਹਾਂ ਨੇ ਭਾਈ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਦੁਆਰਾ, ਉਹ ਵਡਭਾਗੀ ਨੇ। ਸਤਿਗੁਰੂ ਕਿਰਪਾ ਕਰਨ ਆਪਾਂ ਨੂੰ ਗੁਰੂ ਕੀ ਮਰਜ਼ਾਦਾ ਵਿੱਚ ਤਿਆਰ ਪਰ ਤਿਆਰ ਰਹਿਣ ਦਾ ਬਲ ਬਖਸ਼ਣ। ਬਾਣੀ ਬਾਣੇ ਵਿੱਚ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਦਾ ਨਿਤਨੇਮ ਔਰ ਆਪਣੀ ਕਿਰਤ ਵਰਤ ਕਰਦਿਆਂ ਵੀ ਸੋ ਪਰਮੇਸ਼ਰ ਜੀ ਦਾ ਨਾਮ ਚਿੰਤਨ ਸਿਮਰਨ ਕਰਦਿਆਂ ਆਪਣੇ ਸਮੇਂ ਦਾ ਲਾਹਾ ਪ੍ਰਾਪਤ ਹੋਵੇ। ਸੋ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਹੈ। ਔਰ ਅੱਜ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਜਿਹੜੇ ਆਪ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਆਪਣੇ ਵਿਰਸੇ ਨੂੰ ਸੰਭਾਲ ਕੇ ਸੋ ਸਾਬਤ ਸੂਰਤ ਰਹਿ ਕੇ ਗੁਰੂ ਸਾਹਿਬ ਜੀ ਦੀ ਗੁਰਮਤਿ ਦੇ ਨਾਲ ਜੁੜੇ ਹੋਏ, ਅੱਗੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਜਿਹੜਾ ਹੈ ਉਹ ਗੁਰੂ ਘਰਾਂ ਵਿੱਚ ਹੁੰਦਾ ਹੈ। ਅਤੇ ਨਾਲ ਨਾਲ ਜਿਹੜੇ ਕੋਈ ਆਪਣੀ ਕਿਰਤ ਕਰਨ ਵਾਸਤੇ ਹੋਰ ਵੀ ਕੋਈ ਨਵੇਂ ਵੀ ਆਉਂਦੇ ਨੇ, ਉੱਧਰੋਂ ਪੰਜਾਬ ਤੋਂ ਚੱਲ ਕੇ ਆਉਂਦੇ ਨੇ, ਉਹਨਾਂ ਨੂੰ ਵੀ ਗੁਰੂ ਘਰ ਆਇਆਂ ਨੂੰ ਇਹ ਸੋਝੀ ਮਿਲਦੀ ਹੈ ਕਿ ਜਿਹੜੇ ਇੱਥੇ ਗੁਰਸਿੱਖ ਰਹਿ ਰਹੇ ਹਨ, ਉਹਨਾਂ ਨੇ ਗੁਰੂ ਕੀ ਸਿੱਖੀ ਦੇ ਸਰੂਪ ਨੂੰ ਸੰਭਾਲਿਆ ਅਤੇ ਅਸੀਂ ਵੀ ਗੁਰੂ ਕੀ ਸਿੱਖੀ ਦੇ ਸਰੂਪ ਵਿੱਚ ਰਹੀਏ। ਸੋ ਛੋਟੇ ਛੋਟੇ ਬੱਚੇ, ਬੀਬੀਆਂ, ਸਾਰਿਆਂ ਦੇ ਮਨ ਵਿੱਚ ਇਹ ਚਾਅ ਹੈ ਗੁਰੂ ਕੀ ਸਿੱਖੀ ਦੇ ਨਾਲ ਬੜਾ ਪਿਆਰ, ਗੁਰੂ ਕੀ ਸਿੱਖੀ ਦੇ ਸਰੂਪ ਦੇ ਨਾਲ ਜੁੜੇ ਹੋਏ ਹੋ। ਪਰ ਫਿਰ ਵੀ ਬੇਨਤੀ ਹੈ ਕਿ ਜਿਸ ਕਿਸੇ ਨੇ ਅਜੇ, ਕਿਉਂਕਿ ਕਈ ਸਲਾਹ ਕਰਦੇ ਕਰਦੇ ਹੀ ਗਾਂ ਲੰਮਾ ਸਮਾਂ ਚਲਾ ਜਾਂਦਾ ਹੈ। ਅੱਜ ਅੰਮ੍ਰਿਤ ਛਕਦੇ ਹਾਂ, ਭਲਕੇ ਛਕਦੇ ਹਾਂ, ਹੁਣ ਆਉਣ ਵਾਲੀ ਵਿਸਾਖੀ ਨੂੰ ਛਕ ਲਾਂਗੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਕਈਆਂ ਦਾ ਸਮਾਂ ਜਿਹੜਾ ਉਹ ਜ਼ਿਆਦਾ ਲੰਮਾ ਚਲਿਆ ਜਾਂਦਾ ਹੈ। ਮੁੜ ਕੇ ਜਦੋਂ ਬਜ਼ੁਰਗ ਅਵਸਥਾ ਹੋ ਜਾਂਦੀ ਹੈ ਅਤੇ ਫਿਰ ਕਹਿੰਦਾ ਵੀ ਹੁਣ ਅੰਮ੍ਰਿਤ ਕਿਵੇਂ ਛਕਾਂ, ਕੀ ਕਰਾਂ। ਇਹ ਸਮਾਂ ਹੁੰਦਾ ਅਤੇ ਸਮੇਂ ਨੂੰ ਸੰਭਾਲਣ ਵਾਸਤੇ ਇਹ ਸਾਨੂੰ ਜਿਹੜਾ ਬਚਨ ਗੁਰੂ ਸਾਹਿਬ ਜੀ ਦੇ ਦਰ ਤੋਂ, ਉਸ ਗੁਰੂ ਦੇ ਬਚਨ ਦੇ ਨਾਲ ਜੁੜ ਕੇ ਇਹ ਆਪਣੇ ਸਮੇਂ ਨੂੰ ਸੰਭਾਲਣਾ, ਗੁਰੂ ਸਾਹਿਬ ਜੀ ਦੀ ਮਰਜ਼ਾਦਾ ਵਿੱਚ ਆਉਣਾ, ਸਤਿਗੁਰੂ ਕਿਰਪਾ ਕਰਨ। ਇਸੇ ਤਰ੍ਹਾਂ ਨਾਲ ਨਾਲ ਜਿਨ੍ਹਾਂ ਨੇ ਕੋਈ ਅਜੇ ਕੇਸ ਨਹੀਂ ਰੱਖੇ, ਉਹ ਆਪਣੇ ਸਿੱਖੀ ਦੇ ਸਰੂਪ ਨੂੰ ਸੰਭਾਲਿਓ। ਸਾਬਤ ਸੂਰਤ ਦਸਤਾਰ ਸਿਰਾ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਮੋਹਰ ਹੈ, ਜਦੋਂ ਸਾਬਤ ਸੂਰਤ ਹੋਵੇ, ਕੇਸ ਦਾੜਾ ਹੋਵੇ, ਅਤੇ ਫਿਰ ਇਹ ਮਨ ਵਿੱਚ ਮਨ ਬਣ ਹੀ ਜਾਂਦਾ ਕਿ ਮੈਂ ਹੁਣ ਪੰਜਾਂ ਪਿਆਰਿਆਂ ਦੀ ਹਾਜ਼ਰ ਹੋ ਕੇ ਅੰਮ੍ਰਿਤ ਛਕ ਲਵਾਂ। ਇਸ ਕਰਕੇ ਇਹ ਗੁਰੂ ਕੀ ਸਿੱਖੀ ਦੀ ਦਾਤ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਜੋ ਕਿ ਆਪ ਬੜੇ ਪਿਆਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਜ ਕੇ ਹਾਜ਼ਰੀ ਲਵਾਉਂਦੇ ਹੋ ਅਤੇ ਗੁਰੂ ਜਸ ਵਿੱਚ ਜੁੜਦੇ ਹੋ। ਗੁਰੂ ਸਾਹਿਬ ਜੀ ਦਾ ਜਸ ਕਰਨਾ ਅਤੇ ਸੁਣਨਾ ਬਹੁਤ ਵੱਡਾ ਲਾਭ ਹੈ। ਕਈ ਕੋਟਿ ਜਗ ਫਲਾਂ ਸੁਣ ਗਾਵਣ ਹਾਰੇ ਰਾਮ। ਔਰ ਗੁਰੂ ਸਾਹਿਬ ਜੀ ਦੇ ਜਸ ਵਿੱਚ ਜੁੜਦਿਆਂ ਗੁਰੂ ਦੇ ਬਚਨ ਨੂੰ ਮੰਨਣਾ, ਇਹ ਸਭ ਤੋਂ ਵੱਡਾ ਹੈ। ਕਿਉਂਕਿ 4 ਪੌੜੀਆਂ ਸੁਣਨ ਦੀਆਂ ਕਹੀਆਂ ਨੇ ਸਾਹਿਬ ਜੀ ਨੇ, ਅਤੇ ਫਿਰ 4 ਪੌੜੀਆਂ ਮੰਨਣ ਦੀਆਂ ਕਹੀਆਂ ਨੇ। ਅਤੇ ਸੁਣ ਕੇ ਮੰਨਣਾ, ਸੁਣਿਆ ਮੰਨਿਆ ਮਨ ਕੀਤਾ ਭਾਉ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਰਜਾ ਵਿੱਚ, ਗੁਰੂ ਦੇ ਹੁਕਮ ਵਿੱਚ, ਉਸ ਮਰਜ਼ਾਦਾ ਵਿੱਚ ਚੱਲਣ ਵਾਸਤੇ ਗੁਰੂ ਸਾਹਿਬ ਜੀ ਦੇ ਸਨਮੁਖ ਆ ਜਾਂਦਾ ਹੈ, ਉਹ ਗੁਰਸਿੱਖ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਮਾਨਸ ਜਨਮ ਦਾ ਸਮਾਂ ਬਖਸ਼ਿਆ। ਇਹ ਸਮਾਂ ਮਾਨਸ ਜਨਮ ਦਾ ਸਭ ਤੋਂ ਵੱਡਾ ਕੀਮਤੀ ਸਮਾਂ ਹੈ, ਕਿਉਂਕਿ ਸਭ ਤੋਂ ਕੀਮਤੀ ਚੀਜ਼ ਕੀ ਹੈ? ਸਮਾਂ। ਸਮਾਂ ਕਿਸੇ ਮੁੱਲ ਨਾਲ ਨਹੀਂ ਮਿਲਦਾ। ਕਿੰਨੇ ਪੈਸੇ ਲੈ ਕੇ ਤੁਰੇ ਫਿਰੀਏ ਵੀ ਇਹਨੂੰ ਹੋਰ ਸਾਹ ਸਵਾਸ ਆ ਜਮ ਦੇ ਦਿਓ, ਕੋਈ ਸਾਹ, ਇਹਨੂੰ ਕੋਈ ਸਮਾਂ ਬਣ ਜਾਵੇ ਉਹ ਜ਼ਿੰਦਗੀ ਦਾ,
ਪਰ ਨਹੀਂ, ਜਿੰਨਾ ਸਮਾਂ ਪਰਮੇਸ਼ਰ ਜੀ ਦਿੰਦੇ ਨੇ ਉਨਾ ਹੀ ਸਮਾਂ ਇਸ ਸੰਸਾਰ 'ਤੇ ਇਹ ਜੀਵਨ ਪ੍ਰਾਪਤ ਹੁੰਦਾ ਹੈ। ਜੀਵਨ ਉਸ ਨੂੰ ਕਿਹਾ ਜਾਂਦਾ ਹੈ ਕਿ ਜਨਮ ਤੋਂ ਲੈ ਕੇ ਤੇ ਸਰੀਰ ਦੇ ਅਖੀਰਲੇ ਸਵਾਸ ਤਾਈਂ ਜਿਹੜਾ ਵਿਚਲਾ ਹਿੱਸਾ ਹੈ ਉਹ ਜੀਵਨ ਹੈ। ਤੇ ਉਸ ਦੇ ਬਾਬਤ ਸਤਿਗੁਰੂ ਜੀ ਕਹਿੰਦੇ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਉਹ ਜਿਉਂਦਿਆਂ ਵਿੱਚ ਹੈ ਜਿਹਦੇ ਮਨ ਵਿੱਚ ਸੋਏ ਪਰਮੇਸ਼ਰ ਜੀ ਦਾ ਨਾਮ, ਉਹ ਵਾਹਿਗੁਰੂ ਜੀ ਦੀ ਯਾਦ ਵਿੱਚ, ਚਿੰਤਨ ਸਿਮਰਨ ਵਿੱਚ, ਭਜਨ ਵਿੱਚ ਜੁੜਦਾ ਹੈ, ਉਹ ਜਿਉਂਦਿਆਂ ਵਿੱਚ ਹੈ। ਮਹਾਰਾਜ ਕਹਿੰਦੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਥ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਛੁੱਟਿਆ ਨਹੀਂ ਜਾਂਦਾ, ਤੇ ਨਾਮ ਜਿਹੜਾ ਹੈ ਉਹ ਗੁਰੂ ਤੋਂ ਬਿਨਾਂ ਮਿਲਦਾ ਨਹੀਂ, ਆਪਣੇ ਆਪ ਨਹੀਂ। ਜੇ ਧਰੂ ਭਗਤ ਸੀ ਤੇ ਉਹਨੇ ਵੀ ਗੁਰੂ ਧਾਰਿਆ ਕੇ ਰਸਤੇ ਜਾਂਦਿਆਂ ਤੇ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋਈ। ਇਸ ਕਰਕੇ ਗੁਰਸਿੱਖਾਂ ਦੇ ਵਾਸਤੇ ਸਮਰੱਥ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਕਿਸੇ ਦੇਹਧਾਰੀ ਨੂੰ ਗੁਰੂ ਬਣਾਉਣ ਵਾਸਤੇ ਨਹੀਂ, ਸਾਹਿਬ ਜੀ ਨੇ ਕਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜਨ ਵਾਸਤੇ ਮਹਾਰਾਜ ਨੇ ਹੁਕਮ ਕੀਤਾ। ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਭਜਨ ਹੈ, ਸਿਮਰਨ ਹੈ, ਇਹ ਅਤਿਅੰਤ ਜ਼ਰੂਰੀ ਹੈ। ਕਿਉਂਕਿ ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੁੱਛੀਏ ਤੇ ਸਤਿਗੁਰੂ ਜੀ ਵੀ ਕਹਿੰਦੇ ਨੇ, ਬਿਨ ਹਰ ਨਾਮ ਨਾ ਬਾਚਨ ਪੈ ਹੈ। ਇਹ ਨਾਮ ਤੋਂ ਬਿਨਾਂ ਬਚਿਆ ਨਹੀਂ ਜਾ ਸਕਦਾ, ਵਾ ਗਾਉਣ ਤੋਂ, ਜਮਾਂ ਦੀ ਮਾਰ ਤੋਂ, ਤੇ ਇਹ ਨਾਮ ਜਪਣਾ ਅਤਿਅੰਤ ਜ਼ਰੂਰੀ ਹੈ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਮਿਸਾਲਾਂ ਦੇ ਕੇ ਵੀ ਕਹਿੰਦੇ ਨੇ, ਦੇਸ ਵਿਦੇਸ਼ ਨਿਰਸਨ ਜੀਤ ਅਨੇਸ ਵੱਡੇ ਅਵਨੇਸ ਸੰਘਾਰੇ, ਆਠੋ ਇਸਤ ਸਭਾ ਨਮਨਿਦ ਸਮਿਰਦਨ ਸਰਬ ਭਰੇ ਗ੍ਰਹਿ ਸਾਰੇ, ਚੰਦਰਮੁਖੀ ਬੰਤਾ ਬਹੁਤ ਹੈ ਘਰ ਮਾਲ ਭਰੇ, ਨਹੀਂ ਜਾਤ ਸੰਭਾਰੇ, ਨਾਮ ਵਿਹੀਨ ਅਧੀਨ ਭੈ ਜਮ, ਅੰਤ ਕੋ ਨਾ ਗਈ ਪਾਏ ਸਦਾਰੇ। ਮਹਾਰਾਜ ਕਹਿੰਦੇ ਕਿੱਡੇ ਵੱਡੇ ਹੋ ਗਏ ਨੇ, ਦੇਸਾਂ ਦਸਾਂਤਰਾਂ ਨੂੰ ਜਿੱਤਣ ਵਾਲੇ, ਏਡੇ ਏਡੇ ਰਾਜੇ ਮਹਾਰਾਜੇ ਅਖਵਾਉਣ ਵਾਲੇ। ਮਹਾਰਾਜ ਕਹਿੰਦੇ ਜੇ ਨਾਮ ਨਹੀਂ ਜਪਿਆ ਤੇ ਅੰਤ ਨੂੰ ਉਹ ਜਮਾਂ ਦੇ ਵਸ ਪੈ ਜਾਂਦੇ ਨੇ ਤੇ ਨੰਗੇ ਪੈਰੀਂ ਜਾਂਦੇ ਆ। ਤੇ ਜੇ ਕੋਈ ਇਸ ਗੱਲ ਨੂੰ ਵਿਚਾਰੇ ਵੀ ਉਹ ਤੇ ਨੰਗੇ ਪੈਰੀਂ ਜਾਂਦੇ ਆ, ਤੇ ਜੇ ਕੋਈ ਗੁਰੂ ਵਾਲਾ ਹੋਵੇ ਨਾਮ ਜਪੇ ਤੇ ਫਿਰ ਉਹ ਤੇ ਫਿਰ ਸਭ ਕੁਝ ਲੈ ਕੇ ਜਾਂਦਾ। ਕਿ ਉਹਦੇ ਕਿਉਂਕਿ ਧਰਮ ਰਾਏ ਦਰ ਕਾਗਜ਼ ਫਾਰੇ, ਤਾਂ ਨਾਨਕ ਲੇਖਾ ਸਮਝਾ। ਉਹਨਾਂ ਦਾ ਧਰਮ ਰਾਜਾ ਦੇ ਵਹੀ ਖਾਤੇ 'ਚੋਂ ਹਿਸਾਬ ਕਿਤਾਬ ਦਾ ਕਾਗਜ਼ ਹੀ ਮੁੱਕ ਜਾਂਦਾ, ਨਿਕਲ ਜਾਂਦਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ, ਕਿਉਂਕਿ ਨਾਮ ਦਾ, ਇਹ ਨਾਮ ਜਪਣ ਦੀ ਬਰਕਤ ਹੈ। ਜਿਨ੍ਹਾਂ ਨੇ ਨਾਮ ਜਪਿਆ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਆਪ ਤਾਂ ਤਰ ਗਏ, ਪਰ ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਵਾਲਿਆਂ ਨੂੰ ਵੀ, ਉਹ ਸੰਗਤ ਜਿਨ੍ਹਾਂ ਨੂੰ ਹੋ ਗਈ ਨਾਮ ਜਪਣ ਵਾਲਿਆਂ ਦੀ, ਉਹਨਾਂ ਦਾ ਵੀ ਭਲਾ ਹੋ ਜਾਂਦਾ ਹੈ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਨੂੰ ਜਸ ਰੂਪੀ ਵਿਸ਼ਾਖ ਮਿਲਦੀ ਹੈ ਮਹਾਰਾਜ ਦੇ ਦਰ ਤੋਂ। ਉਹਨਾਂ ਦਾ ਇਹ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਂਦਾ। ਜਿੱਥੇ ਆਪਾਂ ਸੰਸਾਰ ਦੇ ਵਿਹਾਰਕਾਰ ਇਹਨਾਂ ਦੇ ਵਿੱਚ ਹਰ ਸੁੱਖ ਚਾਹੁੰਦਾ, ਕੌਣ ਨਹੀਂ ਚਾਹੁੰਦਾ, ਸਾਰੇ ਸੁੱਖ ਚਾਹੁੰਦਾ ਕਿ ਚੰਗਾ ਰਹਿਣ ਸਹਿਣ ਬਣ ਜੇ, ਚੰਗਾ ਸਾਰਾ ਨਾਲ ਨਾਲ ਜੋ ਵੀ ਸੁੱਖ ਸਹੂਲਤਾਂ ਨੇ ਉਹ ਨਾਲ ਮਿਲ ਜਾਣ। ਤੇ ਇਸੇ ਤਰ੍ਹਾਂ ਕੌਣ ਨਹੀਂ ਚਾਹੁੰਦਾ ਕਿ ਮੇਰਾ ਅਗਲਾ ਲੋਕ ਜਿਹੜਾ ਹੈ ਉਹ ਵੀ ਮੇਰਾ ਸੌਰ ਜਾਵੇ, ਕਿ ਗੁਰੂ ਦੇ ਦਰ ਦਾ ਮੈਨੂੰ ਉਹ ਥਾਂ ਪ੍ਰਾਪਤ ਹੋ ਜਾਵੇ, ਉਹ ਸੁੱਖ ਪ੍ਰਾਪਤ ਹੋਵੇ, ਮੈਂ ਜੂਨਾਂ ਵਿੱਚ ਨਾ ਜਾਵਾਂ, ਆਵਾਗਾਉਣ ਵਿੱਚ ਨਾ ਜਾਵਾਂ। ਤੇ ਇਸ ਕਰਕੇ ਇਹ ਜਿਹੜਾ ਹੈ ਇਹ ਪਰਮਾਰਥ ਦਾ ਰਸਤਾ, ਇਹ ਅਪਣਾਉਣ ਦੀ ਲੋੜ ਹੈ ਕਿ ਸਾਨੂੰ ਇਹ ਲੋਕ ਦੇ ਵਿੱਚ ਇਹ ਗੁਣ ਧਾਰਨ ਕਰਨ ਦੇ ਨਾਲ ਅੱਗੇ ਪਰਮੇਸ਼ਰ ਦੇ ਦਰ 'ਤੇ ਮੁੱਖ ਉਜਲਾ ਹੁੰਦਾ ਹੈ। ਇਸ ਕਰਕੇ ਪਿਆਰਿਓ, ਜਿਹੜੇ ਗੁਰੂ ਵਾਲੇ ਹੋ ਕੇ ਅੰਮ੍ਰਿਤ ਛਕ ਕੇ ਗੁਰੂ ਕੇ ਸਿੱਖ ਕਮਾਉਣ ਵਾਲੇ, ਗੁਰੂ ਕੀ ਮਰਜ਼ਾਦਾ ਵਿੱਚ ਚੱਲਦੇ ਆ, ਉਹਨਾਂ ਦਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ। ਕਿਉਂਕਿ ਭਾਈ ਡੱਲੇ ਨੂੰ ਜਿਸ ਵੇਲੇ ਆਪ ਸਾਰਿਆਂ ਨੇ ਸੁਣਿਆ ਕਈ ਵਾਰਾਂ ਕਿ ਭਾਈ ਡੱਲੇ ਨੇ ਕਿੰਨੀ ਸੇਵਾ ਕੀਤੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਡੱਲਿਆ, ਗੁਰੂ ਨਾਨਕ ਦਾ ਘਰ ਤੇਰੇ ਤੇ ਟੁੱਟਾ ਹੈ, ਕੁਛ ਮੰਗ ਲੈ। ਤੇ ਉਸ ਵੇਲੇ ਭਾਈ ਡੱਲੇ ਨੇ ਕਿਹਾ, ਮਹਾਰਾਜ ਰਾਜ ਭਾਗ ਸਭ ਕੁਛ ਤੁਹਾਡਾ ਦਿੱਤਾ ਹੋਇਆ, ਬਹੁਤ ਕੁਛ ਹੈ, ਕਿਰਪਾ ਕਰੋ ਜੇ ਮੇਰਾਂ ਦੇ ਘਰ ਵਿੱਚ ਆਏ ਜੇ
ਤੇ ਜਦੋਂ ਇੱਥੋਂ ਮੈਂ ਜਾਵਾਂ ਅਗਲੇ ਲੋਕ ਨੂੰ ਆਪਦੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੇ ਦਿਓ, ਹੋਰ ਨਹੀਂ ਕੁਛ ਮੰਗਦਾ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਟੱਲਿਆ, ਹੋਰ ਰਾਜ ਭਾਗ ਵਧਾ ਦਿੰਦੇ ਆ, ਤੇਰੀ ਉਮਰ ਵਧਾ ਦਿੰਦੇ ਆ, ਪਰ ਸੱਚਖੰਡ ਵਿੱਚ ਥਾਂ ਨਹੀਂ ਮਿਲਣਾ। ਸੱਚੇ ਪਾਤਸ਼ਾਹ ਤੁਸੀਂ ਭਜਨ ਕੀਤਾ, ਕਿਰਪਾ ਕਰੋ। ਤੇ ਗਰੀਬ ਨਵਾਜ ਕਹਿਣ ਲੱਗੇ, ਜਦੋਂ ਤੋਂ ਖਾਲਸੇ ਦੀ ਸਾਜਨਾ ਕਰ ਦਿੱਤੀ ਹੈ ਤੇ ਇਹ ਅੰਮ੍ਰਿਤ ਦੀ ਮਰਜ਼ਾਦਾ ਹੈ, ਤੇ ਜਿਹੜਾ ਕੋਈ ਅੰਮ੍ਰਿਤ ਛਕ ਲੈਂਦਾ ਹੈ ਉਹਨੂੰ ਹੀ ਸੱਚਖੰਡ ਵਿੱਚ ਥਾਂ ਮਿਲਦਾ। ਇਸ ਕਰਕੇ ਜੇ ਸੱਚਖੰਡ ਦਾ ਭਾਗੀ ਬਣਨਾ ਤੇ ਅੰਮ੍ਰਿਤ ਛਕਣਾ ਪਵੇਗਾ। ਉਸ ਵੇਲੇ ਫਿਰ ਭਾਈ ਟੱਲੇ ਨੇ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡਾ ਪ੍ਰਸ਼ਾਦ ਛਕਦਾ ਰਿਹਾ। ਮਹਾਰਾਜ ਕਹਿਣ ਲੱਗੇ, ਭਾਵੇਂ ਕੁਛ ਵੀ ਆ, ਇਹ ਮਰਜ਼ਾਦਾ ਕਰਨੀ ਪੈਣੀ ਹੈ। ਫਿਰ ਭਾਈ ਟੱਲੇ ਨੇ ਆਪਣੇ ਪਰਿਵਾਰ ਸਮੇਤ 500 ਬਰਾੜਾਂ ਸਮੇਤ ਅੰਮ੍ਰਿਤ ਛਕਿਆ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਇਸ ਕਰਕੇ ਗੁਰੂ ਸਾਹਿਬ ਦੀ ਜਿਹੜੀ ਮਰਜ਼ਾਦਾ ਹੈ ਉਸ ਦੇ ਚੱਲਣ ਦੇ ਨਾਲ ਹੀ ਇਹ ਜੀਵਨ ਦੀ ਸਫਲਤਾ ਹੋਣੀ ਹੈ, ਕਿਉਂਕਿ ਇਸ ਸੰਸਾਰ ਤੇ ਇਹ ਸਮਾਂ ਇਹ ਵਾਰ-ਵਾਰ ਨਹੀਂ ਪ੍ਰਾਪਤ ਹੁੰਦਾ। ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੇਰੀ ਵਾਰੀ ਹੈ, ਇਹ ਹੁਣ ਸਮਾਂ ਹੈ। ਜਿਵੇਂ ਕੋਈ ਦਰਵਾਜ਼ੇ ਤੇ ਖਲੋਤਾ ਹੋਵੇ ਤੇ ਉਹ ਚਾਹਵੇ ਤੇ ਅੰਦਰ ਆ ਸਕਦਾ, ਚਾਹਵੇ ਤੇ ਬਾਹਰ ਜਾ ਸਕਦਾ। ਇੱਕ ਮਨੁੱਖਾ ਜਨਮ ਦਾ ਇਹ ਸਮਾਂ ਹੈ। ਜੇ ਤੇ ਉਹ ਗੁਰੂ ਵਾਲਾ ਹੋ ਕੇ ਗੁਰੂ ਦੇ ਬਚਨ ਵਿੱਚ ਚੱਲਣ ਵਾਲਾ ਹੋ ਗਿਆ ਤੇ ਫਿਰ ਤੇ ਉਹ ਗੁਰੂ ਦੇ ਦਰ ਤੇ ਚਲਿਆ ਜਾਂਦਾ ਹੈ, ਤੇ ਜੇ ਨਹੀਂ ਗੁਰੂ ਦਾ ਬਚਨ ਮੰਨਿਆ ਤੇ ਫਿਰ ਬਾਹਰ ਜਿੱਥੋਂ 84 ਚੋਂ ਨਿਕਲਿਆ ਉੱਥੇ ਫਿਰ ਚਲਾ ਜਾਂਦਾ ਹੈ। ਇਸ ਕਰਕੇ ਇਹ ਸਮਾਂ ਹੈ, ਇਹ ਵਾਰੀ ਹੈ ਇਸ ਮਨੁੱਖਾ ਜਨਮ ਦਾ, ਕਿਉਂਕਿ ਦੇਵਤੇ ਵੀ ਲੋਚਦੇ ਆ। ਜਿਹੜੇ ਦੇਵਤੇ ਹੈ ਉਹਨਾਂ ਦੀ ਜਿਹੜੀ ਹੈ ਬਹੁਤ ਵੱਡੀ ਉਹਨਾਂ ਦੀ ਉਮਰ ਹੁੰਦੀ ਆ ਕਿ ਉਹ ਦੇਵਲੋਕ ਵਿੱਚ ਜਿਹੜੇ ਜਾਂਦੇ ਨੇ ਤੇ ਉਹਨਾਂ ਦਾ ਉੱਥੇ ਸਾਲ ਬਤੀਤ ਹੋਵੇ ਤੇ ਇੱਥੋਂ ਦਾ ਇੱਕ ਸਾਲ ਬਤੀਤ ਹੋਵੇ ਤੇ ਉਹਨਾਂ ਦਾ ਇੱਕ ਦਿਨ ਹੀ ਬਤੀਤ ਹੁੰਦਾ। ਜਿਹੜਾ ਐਡੀ ਵੱਡੀ ਉਹਨਾਂ ਦੀ ਉਮਰ ਹੈ ਉੱਥੇ, ਪਰ ਫਿਰ ਵੀ ਉਹਨਾਂ ਨੂੰ ਉੱਥੋਂ ਥੱਲੇ ਆਉਣਾ ਪੈਂਦਾ। ਤੇ ਉਹ ਵੀ ਚਾਹੁੰਦੇ ਆ ਵੀ ਜਦੋਂ ਅਸੀਂ ਫਿਰ ਸਾਨੂੰ ਕਿਤੇ ਮਾਣ ਸਿੱਧੇ ਮਿਲ ਜੇ, ਅਸੀਂ ਇਹਨਾਂ ਨਾਮ ਜਪੀਏ ਗੁਰੂ ਵਾਲੇ ਹੋ ਕੇ, ਅਸੀਂ ਮਹਾਰਾਜ ਦੇ ਨਾਲ ਮਿਲ ਹੀ ਜਾਈਏ ਜਾ ਕੇ, ਸਾਨੂੰ ਇਹ ਆਵਾਗਾਉਣ ਵਿੱਚ ਨਾ ਜਾਣਾ ਪਵੇ। ਉਸ ਅਵਸਥਾ ਨੂੰ ਪ੍ਰਾਪਤ ਹੋਣਾ ਇੱਕ ਬਹੁਤ ਵੱਡਾ ਇਹ, ਪਰ ਉਸ ਜਿਹੜਾ ਬੜੇ ਬੜੇ ਘਾਲਣ ਵਾਲਿਆਂ ਨੂੰ, ਬੜੀ ਮੁਸ਼ੱਕਤ ਕਰਨ ਵਾਲਿਆਂ ਨੂੰ ਕਿਤੇ ਉਹ ਪ੍ਰਾਪਤ ਹੁੰਦਾ। ਪਰ ਮਹਾਰਾਜ ਨੇ ਗੁਰੂ ਕੇ ਸਿੱਖਾਂ ਨੂੰ ਇੱਕ ਸਹਿਜ ਵਿੱਚ ਦੇ ਦਿੱਤਾ, ਘਰ ਪਰਿਵਾਰ ਵਿੱਚ ਰਹਿੰਦਿਆਂ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਦੇ ਦਿੱਤਾ ਹੈ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਗੁਰੂ ਦੇ ਉਪਦੇਸ਼ ਵਿੱਚ ਚੱਲਣ ਦੇ ਨਾਲ ਉਹ ਪਰਮੇਸ਼ਰ ਦੇ ਨਾਲ ਲਿਵਲੀਨਤਾ ਹੋ ਜਾਂਦੀ ਹੈ, ਇੱਕ ਹੋ ਜਾਂਦਾ ਹੈ। ਉਹ ਐਸਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗੁਰੂ ਸ਼ਬਦ ਦੁਆਰਾ ਇਹ ਬਖਸ਼ਿਸ਼ ਕੀਤੀ ਹੈ, ਜਿਹੜਾ ਗੁਰੂ ਕੇ ਸ਼ਬਦ ਨਾਲ ਜੁੜ ਜਾਂਦਾ ਹੈ। ਕਿਉਂਕਿ ਬਾਣੀ ਇਹ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਜਿਵੇਂ ਕਲਗੀਧਰ ਪਿਤਾ ਜੀ ਸ੍ਰੀ ਅਨੰਦਪੁਰ ਸਾਹਿਬ, ਤੇ ਉਸ ਵੇਲੇ ਕਈ ਵਾਰ ਤੁਸੀਂ ਸੁਣਿਆ ਸਾਖੇ ਨੂੰ, ਮਹਾਰਾਜ ਨੇ ਤੀਰ ਚਲਾਏ ਸੀ ਅਨਲ ਪੰਖੀ ਦੇ ਖੰਭਾਂ ਲਾ ਕੇ, ਤੇ ਦਰਸਾਇਆ ਸੀ ਕਿ ਇਹ ਜਿਵੇਂ ਖੰਭ ਤੀਰਾਂ ਨੂੰ ਆਪਣੇ ਲੋਕ ਵਿੱਚ ਲੈ ਗਏ ਨੇ, ਅਨਲ ਆਕਾਸ਼ ਪੰਛੀ ਡੋਲਬੋ ਕਰਤ ਹੈ। ਇਸੇ ਤਰ੍ਹਾਂ ਇਹ ਬਾਣੀ ਜਿਹੜੀ ਹੈ ਸੱਚਖੰਡ ਤੋਂ ਆਈ ਹੈ। ਜਿਹੜਾ ਬਾਣੀ ਨਾਲ ਗੁਰੂ ਸ਼ਬਦ ਨਾਲ ਜੁੜ ਜਾਏਗਾ ਇਹ ਉਹਨੂੰ ਧੁਰ ਦਰਗਾਹ ਸੱਚਖੰਡ ਵਿੱਚ ਲੈ ਜਾਏਗੀ। ਉੱਥੇ ਫਿਰ ਤੈ ਮਰਨ ਨਾ ਜੀਵਨ, ਸੋਗ ਨਾ ਹਰਖਾ, ਸਚ ਨਾਮ ਕੀ ਅੰਮ੍ਰਿਤ ਵਰਖਾ। ਉੱਥੇ ਕੋਈ ਸੋਗ ਨਹੀਂ ਹੈ, ਉੱਥੇ ਕੋਈ ਗਮੀ ਨਹੀਂ ਹੈ, ਉੱਥੇ ਸਦਾ ਹੀ ਖੁਸ਼ੀਆਂ ਹੀ ਖੁਸ਼ੀਆਂ ਨੇ। ਐਸਾ ਮਹਾਰਾਜ ਦਾ ਉਹ ਸੱਚਖੰਡ ਲੋਕ ਪ੍ਰਾਪਤ ਹੁੰਦਾ ਹੈ ਜਿਹੜਾ ਧੁਰ ਕੀ ਬਾਣੀ ਦੇ ਨਾਲ ਜੁੜ ਜਾਂਦਾ ਹੈ। ਕਿਉਂਕਿ ਭਗਤਾਂ ਦੀ ਬਾਣੀ ਦਾ ਵੀ ਉਹ ਭਗਤ ਜਿਹੜੇ ਮਹਾਰਾਜ ਦੇ ਨਾਲ ਮਿਲ ਚੁੱਕੇ ਸਨ। ਭਗਤ ਕਰ ਵੱਜਿਆ ਚੋਂ ਚੱਕਾਂ ਵਿੱਚ ਚਮਰੇਟਾ। ਉਹ ਚਮ ਕੁੱਟਣ ਵਾਲੇ ਵੀ ਆਪਦੀ ਕਿਰਤ ਕਰਦਿਆਂ ਵੀ ਪਰਮੇਸ਼ਰ ਦੀ ਬੰਦਗੀ ਕਰਦੇ। ਉਹ ਪਰਮੇਸ਼ਰ ਦੇ ਨਾਲ ਹੀ ਹਰ ਜਨ ਦੀ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਖੇ ਸਮਾਏ। ਉਹ ਇੱਕ ਲਿਵਲੀਨਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਸਮਰੱਥ ਗੁਰੂ ਦੇ ਸ਼ਬਦ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਜਾਂਦੇ ਆ। ਇਸ ਕਰਕੇ ਪਿਆਰਿਓ, ਆਪਣੇ ਸਮੇਂ ਨੂੰ ਸੰਭਾਲੀਏ। ਦਿਨ ਤੇ ਪਹਿਰ ਤੇ ਘੜੀਆਂ ਆਪ ਘਟੈ ਤਨ ਸੀਜੈ। ਦਿਨ ਕਰਕੇ ਪਹਿਰਾਂ ਕਰਕੇ ਘੜੀਆਂ ਕਰਕੇ
ਉਮਰ ਘਟਦੀ ਜਾਂਦੀ ਹੈ ਤੇ ਸਰੀਰ ਦੀ ਬਣਤਰ ਵਿੱਚ ਫਰਕ ਪੈਂਦਾ ਜਾਂਦਾ। ਪਰ ਇਹ ਸਮੇਂ ਨੂੰ ਜਿਹੜਾ ਕੋਈ ਸੰਭਾਲ ਲੈਂਦਾ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਚਨ ਨੇ, ਦਿਨ ਰਾਤੀ ਆਰਾਧੋ ਪਿਆਰੇ ਨਿਮਖ ਨਾ ਕੀਜਾ ਢੀਲਾ। ਮਹਾਰਾਜ ਕਹਿੰਦੇ ਦਿਨ ਰਾਤ ਕਰਕੇ ਪਰਮੇਸ਼ਰ ਦੇ ਨਾਮ ਨੂੰ ਆਰਾਧੋ, ਇੱਕ ਅੱਖ ਦੇ ਫਰਕਣ ਜਿੰਨਾ ਸਮਾਂ ਵੀ ਢਿੱਲ ਨਾ ਕਰੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਗੁਰੂ ਜੀ ਨੇ ਖਾਲਸਾ ਸਾਜਿਆ ਤੇ ਖਾਲਸਾ ਹੀ ਅਕਾਲ ਪੁਰਖ ਦੇ ਪ੍ਰੈਣ ਕੀਤਾ। ਮਹਾਰਾਜ ਨੇ ਬਚਨ ਕਹੇ ਨੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਉਹ ਪ੍ਰਮਾਤਮਾ ਵਾਹਿਗੁਰੂ ਦੀ ਮੌਜ ਇੱਛਾ ਵਿੱਚ ਇਹ ਪ੍ਰਗਟ ਹੋਇਆ ਖਾਲਸਾ। ਉਸ ਤੇਜ ਵਿੱਚੋਂ ਇਹ ਖਾਲਸਾ ਪ੍ਰਗਟ ਹੋਇਆ ਜਿਹੜੀ ਸ਼ਕਤੀ ਸਦਾ ਲਈ ਹੈ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਸ ਸ਼ਕਤੀ ਵਿੱਚੋਂ ਇਹ ਖਾਲਸਾ ਪ੍ਰਗਟ ਹੋਇਆ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਗੁਰੂ ਕੇ ਪਿਆਰਿਓ, ਆਪਣੇ ਵਿਰਸੇ ਨੂੰ ਸੰਭਾਲ ਕੇ, ਜਿਨ੍ਹਾਂ ਨੇ ਕੇਸ ਦਾੜੇ ਨਹੀਂ ਰੱਖੇ ਉਹ ਕੇਸ ਦਾੜੇ ਰੱਖੋ, ਗੁਰੂ ਕੀ ਸਿੱਖੀ ਧਾਰਨ ਕਰੋ, ਆਪਣੇ ਬੱਚੇ ਬੱਚੀਆਂ ਨੂੰ ਗੁਰਮਤਿ ਨਾਲ ਜੋੜੀਏ। ਸੋਹਣਾ ਉਪਰਾਲਾ ਤੁਸੀਂ ਕਰਦੇ ਹੋ ਜਿੱਥੇ ਨਾਲ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਨ ਵਾਸਤੇ। ਸੋ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਵਾਸਤੇ ਵੀ ਗੁਰੂ ਘਰਾਂ ਵਿੱਚ ਸਾਰੇ ਪ੍ਰਬੰਧ ਰੱਖਦੇ ਹੋ, ਕਿਉਂਕਿ ਇਹ ਜ਼ਰੂਰੀ ਹੈ, ਮਾਤ ਭਾਸ਼ਾ ਹੈ, ਇਹ ਗੁਰਮੁਖੀ ਪੜ੍ਹਾਉਣੀ ਵੀ ਬਹੁਤ ਹੀ ਜ਼ਰੂਰੀ ਹੈ। ਕਿਉਂਕਿ ਜੇ ਕੋਈ ਗੁਰਮੁਖੀ ਜਾਣੇਗਾ ਤੇ ਉਹ ਗੁਰੂ ਕੀ ਬਾਣੀ ਪੜ੍ਹੇਗਾ, ਗੁਰੂ ਸ਼ਬਦ ਦੇ ਨਾਲ ਜੁੜੇਗਾ। ਅੱਜ ਸਤਿਗੁਰੂ ਦੀ ਰਹਿਮਤ ਹੈ, ਇਹ ਬੱਚੇ ਬੱਚੀਆਂ ਬਹੁਤ ਦਰਸ਼ਨ ਹੁੰਦੇ ਆ ਜਿਹੜੇ ਮਹਾਰਾਜ ਦੇ ਬਾਣੀ ਵਿੱਚ ਮਹਾਰਾਜ ਦੀ ਬਾਣੀ ਪੜ੍ਹਦੇ, ਕੀਰਤਨ ਕਰਦੇ, ਔਰ ਬਹੁਤ ਸਤਿਗੁਰੂ ਦੀ ਰਹਿਮਤ ਹੈ। ਮਿਹਰ ਕਰਨ ਸਤਿਗੁਰੂ, ਹੋਰ ਸਤਿਗੁਰੂ ਗੁਰਸਿੱਖੀ ਦਾ ਪਿਆਰ, ਨਾ ਬਾਣੀ ਦਾ ਗੂੜਾ ਪਿਆਰ ਸਤਿਗੁਰੂ ਬਖਸ਼ਣ। ਤੇ ਸਾਰੀਆਂ ਸੰਗਤਾਂ ਆਪ ਇਸੇ ਤਰ੍ਹਾਂ ਰਲ ਮਿਲ ਕੇ ਗੁਰੂ ਘਰ ਵਿੱਚ ਜੁੜ ਮਿਲ ਕੇ ਗੁਰੂ ਜਸ ਵਿੱਚ ਜੁੜਦੇ ਹਾਂ, ਆਪਣੇ ਸਮੇਂ ਦਾ ਲਾਭ ਪ੍ਰਾਪਤ ਕਰਦੇ ਰਹੋ, ਔਰ ਗੁਰੂ ਪੰਥ ਦੀ ਸੇਵਾ ਲਈ ਚੜ੍ਹਦੀ ਕਲਾ ਦੇ ਨਾਲ ਆਪ ਕਾਰਜ ਜਿਹੜੇ ਨੇ ਗੁਰੂ ਪੰਥ ਦੀ ਸੇਵਾ ਲਈ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਆਪ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਹੋ। ਮਹਾਰਾਜ ਕਿਰਪਾ ਕਰਨ, ਖੁਸ਼ੀਆਂ ਬਖਸ਼ਣ। ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਵੱਲੋਂ ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਨੇ। ਇਹ ਸੋਹਣੇ ਗੁਰੂ ਘਰ ਬਣਾ ਕੇ ਆਪ ਇਹ ਗੁਰਮਤਿ ਦੇ ਨਾਲ ਜੁੜਨ ਵਾਸਤੇ ਸੰਗਤਾਂ ਨੂੰ ਪ੍ਰੇਰਨਾ ਦਿੰਦੇ ਹੋ। ਇਹਦੇ ਵਿੱਚ ਸਤਿਗੁਰੂ ਜੀ ਹੋਰ ਵੀ ਬਲ ਬਖਸ਼ਣ, ਮਿਹਰਾਂ ਕਰਨ, ਸੱਚੇ ਪਾਤਸ਼ਾਹ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਬਹੁਤ ਲੰਮੇ ਸਮੇਂ ਤੋਂ ਆਪ ਸੰਗਤਾਂ ਸਜੇ ਹੋ। ਅਗੇਰਲਾ ਪ੍ਰੋਗਰਾਮ ਆਪ ਜੀ ਸਤਿਕਾਰਯੋਗ ਸੈਕਟਰੀ ਸਾਹਿਬ ਜੀ ਪਾਸੋਂ ਸਰਵਣ ਕਰੋ। ਸੋ ਸਾਰੀਆਂ ਸੰਗਤਾਂ ਜਦੋਂ ਕਿਤੇ ਪੰਜਾਬ ਨੂੰ ਜਾਓ, ਮਹਾਰਾਜ ਸਾਹਿਬ ਜੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਮਹਾਰਾਜ ਦੇ ਦਰਬਾਰ ਸਾਹਿਬ ਦਰਸ਼ਨ ਇਸ਼ਨਾਨ, ਔਰ ਗੁਰੂ ਧਾਮਾਂ ਦੀ ਯਾਤਰਾ, ਪੀੜ ਬਾਬਾ ਬੁੱਢਾ ਸਾਹਿਬ ਜੀ ਦੇ ਜਾਓ ਤੇ ਪੀੜ ਬਾਬਾ ਬੁੱਢਾ ਸਾਹਿਬ ਜੀ ਦੇ ਲਾਗੇ ਹੀ ਸੁਰ ਸਿੰਘ ਨਗਰ ਹੈ, ਤੇ ਆਪ ਜਦੋਂ ਕਿਤੇ ਜਾਓ ਦਰਸ਼ਨ ਦੇ ਕੇ ਆਇਆ ਕਰੋ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਇਹ ਦਰਸ਼ਨ ਦਿਦਾਰਾ ਜੋ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਇਆ ਹੈ, ਇਹ ਵੀ ਇੱਕ ਯਾਦਗਾਰੀ ਦਿਹਾੜੇ ਹੈ ਸਾਧ ਸੰਗਤ ਜੀ। ਇਹ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ, ਮਹਾਰਾਜ ਕਿਰਪਾ ਕਰਨ। ਤੁਸੀਂ ਆਪਣੇ ਕਾਰੋਬਾਰ ਕਰਦਿਆਂ ਵੀ ਹੋਰ ਮਹਾਰਾਜ ਤੁਹਾਨੂੰ ਕਾਰੋਬਾਰਾਂ 'ਚ ਤਰੱਕੀਆਂ ਬਖਸ਼ਣ, ਕਮਾਈਆਂ 'ਚ ਬਰਕਤਾਂ ਬਖਸ਼ੇ। ਗੁਰੂ ਮਹਾਰਾਜ ਦੀ ਸਿੱਖੀ ਘਰ ਵਿੱਚ ਸਤਿਗੁਰੂ ਬਖਸ਼ਣ, ਚੜ੍ਹਦੀ ਕਲਾ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ